देख रहे हो मैं हाँ सिमरनजोत सिंह खन्ना ਦੇ ਐਸਐਚਓ ਦਾ ਮਾਮਲਾ ਤੁਹਾਡੇ ਯਾਦ ਹੋਣਾ ਹੈ ਜਿੱਥੇ ਪਿਓ ਪੁੱਤ ਤੇ ਉਹਨਾਂ ਦੇ ਸੀਰੀ ਨੂੰ ਥਾਣੇ ਦੇ ਅੰਦਰ ਨੰਗਾ ਕੀਤਾ ਗਿਆ ਸੀ। ਤਸਵੀਰਾਂ ਤੁਹਾਡੇ ਯਾਦ ਹੋਣੀਆਂ। ਅਸੀਂ ਪਹਿਲਾਂ ਵੀ ਉਹ ਤਸਵੀਰਾਂ ਨਹੀਂ ਦਿਖਾਈਆਂ ਸੀ। ਅਸੀਂ ਅੱਜ ਵੀ ਨੈਤਿਕਤਾ ਸਮਝਦੇ ਹੋਏ ਇੱਕ ਸੋਸ਼ਲ ਜ਼ਿੰਮੇਵਾਰੀ ਸਮਝਦੇ ਹੋਏ ਅੱਜ ਵੀ ਤੁਹਾਨੂੰ ਉਹ ਤਸਵੀਰਾਂ ਤਾਂ ਨਹੀਂ ਦਿਖਾਵਾਂਗੇ, ਪਰ ਐਸਐਚਓ ਬਲਜਿੰਦਰ ਸਿੰਘ ਜਿਸ ਦਾ ਤਬਾਦਲਾ ਕਰ ਦਿੱਤਾ ਗਿਆ ਸੀਗਾ ਉਸ ਮਾਮਲੇ ਦੇ ਵਿੱਚ ਅੱਜ ਵੱਡਾ ਅਪਡੇਟ ਆਇਆ ਹੈ। ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਲੱਗੀ ਹੋਈ ਸੀ। ਇਸ ਪਟੀਸ਼ਨ ਦੇ ਉੱਤੇ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵੱਲੋਂ ਪਰਚਾ ਦਰਜ ਕਰਨ ਦੀ ਹਦਾਇਤ ਤੇ ਨਿਰਦੇਸ਼ ਕਰ ਦਿੱਤੇ ਗਏ ਨੇ। ਵੱਡੀ ਖਬਰ ਹੈ ਔਰ ਮਾਮਲਾ ਲਗਾਤਾਰ ਇਹ ਭਖਦਾ ਰਿਹਾ। ਲਗਾਤਾਰ ਸਵਾਲ ਉੱਠਦੇ ਰਹੇ ਨੇ ਕਿ ਆਖਿਰਕਾਰ ਪੁਲਿਸ ਜੋ ਸਾਡੀ ਰਕਸ਼ਕ ਜੋ ਰੱਖਿਆ ਕਰਨ ਵਾਸਤੇ ਬਣੀ ਹੈ ਉਹ ਪੁਲਿਸ ਐਸੀ ਕਾਨੂੰਨੀ ਕਾਰਵਾਈ ਕਰੂਗੀ ਤਾਂ ਕੀ ਅੰਜਾਮ ਹੋਊਗਾ। ਹਾਲਾਂਕਿ ਇਨਕੁਆਇਰੀ ਮਾਰਕ ਹੋਈ ਸੀ। ਲੁਧਿਆਣਾ ਰੇਂਜ ਦੇ ਆਈਜੀ ਦੇ ਵੱਲੋਂ ਇਸ ਮਾਮਲੇ ਦੀ ਇਨਕੁਆਇਰੀ ਕੀਤੀ ਗਈ ਸੀ। ਸ਼ੁਰੂਆਤ ਦੇ ਵਿੱਚ ਛੋਟੇ ਮੁੰਸ਼ੀ ਨੂੰ ਲਾਈਨ ਹਾਜ਼ਰ ਵੀ ਕਰ ਦਿੱਤਾ ਸੀ ਔਰ ਐਸਐਚਓ ਦਾ ਲੁਧਿਆਣਾ ਰੇਂਜ ਤੋਂ ਤਬਾਦਲਾ ਕਰ ਦਿੱਤਾ ਗਿਆ ਸੀ। ਲਗਾਤਾਰ ਸਵਾਲ ਉੱਠ ਰਹੇ ਸੀ ਕਿ ਕੀ ਸਿਰਫ ਇੰਨਾ ਬਹੁਤ ਹੈ, ਕਿ ਤਬਾਦਲਾ ਕਰ ਦੇਣਾ ਇਨਫ ਹੈ, ਕਿ ਇਨਸਾਫ ਦੀ ਗੁਹਾਰ ਦੇਸ਼ 'ਚ ਨਹੀਂ ਲਾਈ ਜਾ ਸਕਦੀ। ਤਾਂ ਹੁਣ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵੱਲੋਂ ਮਾਨਯੋਗ ਹਾਈ ਕੋਰਟ ਦੇ ਜੱਜ ਨਿਰਮਲਜੀਤ ਕੌਰ ਦੇ ਵੱਲੋਂ ਬਹੁਤ ਹੀ ਇੰਪੋਰਟੈਂਟ ਜਿਹੜੀਆਂ ਚੀਜ਼ਾਂ ਨੇ ਉਹ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣੀਆਂ ਚਾਹੁੰਦਾ। ਬਹੁਤ ਇੰਪੋਰਟੈਂਟ ਚੀਜ਼ਾਂ ਲਿਖੀਆਂ। ਇੱਥੋਂ ਤੱਕ ਕਿ ਲਿਖਿਆ ਗਿਆ ਕਿ the facts as mentioned in the petition along with the documents should make us hang our head in shame। ਸ਼ਰਮ ਦੇ ਵਾਸਤੇ ਸਾਨੂੰ ਝੁਕ ਜਾਣਾ ਚਾਹੀਦਾ। ਸਾਡਾ ਸਿਰ ਸ਼ਰਮ ਨਾਲ ਝੁਕਦਾ ਹੈ ਕਿ ਸਾਡੇ ਸਮਾਜ ਦੇ ਵਿੱਚ ਇਹੋ ਜੀ ਚੀਜ਼ ਜਿਹੜੀ ਹੈ ਉਹ ਵਾਪਰੀ ਹੈ। ਪੁਲਿਸ ਡਿਪਾਰਟਮੈਂਟ ਜਿਹੜਾ ਰੱਖਿਆ ਵਾਸਤੇ ਹੁੰਦਾ ਉਸ ਪੁਲਿਸ ਡਿਪਾਰਟਮੈਂਟ ਦੇ ਵਿੱਚ ਕੁਝ ਐਸੇ ਅਫਸਰ ਨੇ ਜਿਨ੍ਹਾਂ ਨੇ ਆਪਣੀ ਪਾਵਰ ਦੀ ਨਜਾਇਜ਼ ਵਰਤੋਂ ਕੀਤੀ ਹੈ ਔਰ ਕੀ ਇਹ ਵੀ ਤੁਹਾਨੂੰ ਦੱਸ ਦਿੰਨੇ ਆ। ਇਹਦੇ ਵਿੱਚ ਬਕਾਇਦਾ ਤੌਰ ਤੇ ਲਿਖਿਆ ਗਿਆ ਕਿ ਕੀਪਿੰਗ ਦਾ ਪਟੀਸ਼ਨਰ ਇਨ ਅਨਲੌਫੁਲ ਕਨਫਾਈਨਮੈਂਟ, ਕਿ ਜਿਹੜਾ ਗੈਰ ਕਾਨੂੰਨੀ ਤੌਰ ਦੇ ਉੱਤੇ ਉਹਨਾਂ ਨੂੰ ਕਬਜ਼ੇ 'ਚ ਰੱਖਿਆ ਗਿਆ। ਫॉर ਰਿਕਾਰਡਿੰਗ ਪੋਰਨੋਗ੍ਰਾਫਿਕ ਵੀਡੀਓ ਆਫ ਦਾ ਪਟੀਸ਼ਨਰਸ ਐਂਡ ਸਰਕੂਲੇਟਿੰਗ, ਜਿਹੜੀ ਵੀਡੀਓ ਦੀ ਅਸੀਂ ਗੱਲ ਕੀਤੀ, ਜੋ ਵੀਡੀਓ ਸਾਹਮਣੇ ਆਈ ਉਹ ਰਿਕਾਰਡ ਕਰਨਾ। ਪੋਰਨੋਗ੍ਰਾਫਿਕ ਵੀਡੀਓ ਇੱਕ ਪਿਓ ਤੇ ਪੁੱਤ ਦੀ ਨੰਗਿਆਂ ਦੀ ਨੰਗੇ ਕਰਕੇ ਵੀਡੀਓ ਬਣਾ ਲਈ ਗਈ ਖੰਨਾ ਦੇ ਵਿੱਚ, ਉਸ ਤੇ ਸੀਰੀ ਦੀ ਬਣਾ ਲਈ ਗਈ ਤਾਂ ਰਿਕਾਰਡ ਕਰਨੀ ਤੇ ਫਿਰ ਉਸੇ ਨੂੰ ਬਾਅਦ ਦੇ ਵਿੱਚ ਵਾਇਰਲ ਕੀਤਾ ਗਿਆ। ਰਿਕਾਰਡਿੰਗ ਐਂਡ ਸਰਕੂਲੇਟਿੰਗ ਜਿਹੜੀ ਇੱਕ ਪੋਰਨੋਗ੍ਰਾਫਿਕ ਵੀਡੀਓ ਜਿਹੜੀ ਇਹ ਬਣਾਈ ਜਿਸ ਤੋਂ ਇਹ ਬਾਅਦ ਵਿਵਾਦ ਉੱਠਿਆ। ਔਰ ਪਬਲਿਸ਼ਿੰਗ ਐਂਡ ਮੇਕਿੰਗ ਇਟ ਵਾਇਰਲ ਐਂਡ ਦਾ petitioners and circulating, publishing and making it viral and for committing atrocities on a minor। ਇੱਕ ਮਾਈਨਰ ਦੇ ਉੱਤੇ, ਨਾਬਾਲਿਗ ਦੇ ਉੱਤੇ atrocities ਜਿਹੜਾ ਤੀਜਾ ਦੱਸਿਆ ਜਾ ਰਿਹਾ ਸੀਰੀ। ਔਰ ਚੌਥੀ ਗੱਲ ਹੈ ਕਿ ਸ਼ਡਿਊਲ ਕਾਸਟ ਵੀ ਹੈ। ਤਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਪਰਚਾ ਦਰਜ ਕਰਨ ਦੇ, ਮਾਮਲਾ ਦਰਜ ਕਰਨ ਦੇ, FIR ਦਰਜ ਕਰਨ ਦੇ ਨਿਰਦੇਸ਼ ਜਿਹੜੇ ਉਹ ਦੇ ਦਿੱਤੇ ਗਏ ਆ, ਕਿਉਂਕਿ ਇਹ ਲੜਾਈ ਲਗਾਤਾਰ ਲੜੀ ਜਾ ਰਹੀ ਸੀ, ਲੜਾਈ ਜਾਰੀ ਸੀਗੀ। ਵੱਡਾ ਸਵਾਲ ਸੀਗਾ ਕਿ ਆਖਿਰਕਾਰ ਪੁਲਿਸ ਦਾ ਕੋਈ ਅਫਸਰ ਐਸਾ ਕਿਵੇਂ ਕਰ ਸਕਦਾ ਹੈ। ਤਾਂ ਹੁਣ ਉਸੇ ਐਸਐਚਓ ਦੇ ਉੱਤੇ ਦੋਸ਼ ਹੋਰ ਵੀ ਬਹੁਤ ਲੱਗੇ। ਐਸਐਚਓ ਦੇ ਉੱਤੇ ਸ਼ਰਾਬ ਮਾਫੀਆ ਦੇ ਨਾਲ ਜੁੜੇ ਰਹਿਣ ਦਾ ਦੋਸ਼ ਲੱਗਿਆ, ਇੱਕ ਵੱਡੀ ਸ਼ਰਾਬ ਦੀ ਫੈਕਟਰੀ ਦੇ ਵਿੱਚ ਉਹਦੀ ਭੂਮਿਕਾ ਦਾ ਦੋਸ਼ ਲੱਗਿਆ। ਤਾਂ ਇਹ ਲਗਾਤਾਰ ਦੋਸ਼ ਲੱਗਦੇ ਆ ਰਹੇ ਸੀ। ਪਰ ਅੱਜ ਜਿਸ ਤਰ੍ਹਾਂ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵੱਲੋਂ ਇਹ ਆਰਡਰ ਕੀਤੇ ਗਏ ਨੇ ਪਰਚਾ ਦਰਜ ਕਰਨ ਦੇ, ਉਸ ਤੋਂ ਬਾਅਦ ਅਸੀਂ ਗੱਲਬਾਤ ਕਰਦੇ ਹਾਂ। ਮਨਵਿੰਦਰ ਸਿੰਘ ਗਿਆਸਪੁਰਾ ਇਹ ਲੜਾਈ ਲੜ ਰਹੇ ਸੀਗੇ ਪਰਿਵਾਰ ਦੇ ਨਾਲ, ਸਾਡੇ ਨਾਲ ਮੌਜੂਦ ਨੇ। ਗਿਆਸਪੁਰਾ ਸਾਹਿਬ ਸਤਿ ਸ਼੍ਰੀ ਅਕਾਲ, ਆਵਾਜ਼ ਸੁਣ ਪਾ ਰਹੇ ਹੋ? ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ। ਗਿਆਸਪੁਰਾ ਸਾਹਿਬ ਫਸਟ ਰਿਐਕਸ਼ਨ ਤੁਹਾਡਾ ਕੀ ਹੈ, ਕਿਉਂਕਿ ਤੁਸੀਂ ਲੜਾਈ ਲੜ ਰਹੇ ਸੀ ਉਸ ਵੇਲੇ ਵੀ, ਤੁਸੀਂ ਕਰੋਨਾ ਦੇ ਦੌਰ ਦੇ ਵਿੱਚ ਬਾਹਰ ਗਏ, ਖੰਨਾ ਦੇ ਪੁਲਿਸ ਸਟੇਸ਼ਨ ਦੇ ਬਾਹਰ ਤੁਸੀਂ ਪ੍ਰੋਟੈਸਟ ਕੀਤਾ, ਆਪਣੇ ਕੱਪੜੇ ਵੀ ਉਤਾਰੇ ਸੀਗੇ। ਅੱਜ ਕੀ ਕਹਿਣਾ ਚਾਹੁੰਦੇ ਹੋ? ਅੱਜ ਸਾਨੂੰ ਅਦਾਲਤਾਂ ਤੇ ਪੂਰਨ ਭਰੋਸਾ ਜੰਮਿਆ, ਕਿਉਂਕਿ ਜਿਹੜੀ ਗੱਲ ਸਾਡੇ ਕੱਪੜੇ ਉਤਾਰਨ ਤੋਂ ਬਾਅਦ ਵੀ ਪੁਲਿਸ ਨੇ ਨਹੀਂ ਸੁਣੀ ਜੀ, ਉਹ ਗੱਲ ਅਦਾਲਤ ਨੇ ਸੁਣੀ ਹੈ। ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਦੀ ਨਿਰਮਲਜੀਤ ਕੌਰ ਦੀ ਅਦਾਲਤ ਦੇ ਵਿੱਚ ਜਿਹੜੀ ਸਾਡੇ ਵੱਲੋਂ ਰਿਟ ਪਟੀਸ਼ਨ ਨੰਬਰ 3160 ਪਾਈ ਗਈ ਸੀ ਜੀ, ਜਿਹਦੇ ਤੇ ਇੱਕ ਵੱਡਾ ਫੈਸਲਾ ਜਿਹੜਾ ਹੈਗਾ ਉਹਨਾਂ ਨੇ ਫਟਕਾਰ ਲਾਈ। ਜਿਹੜਾ ਉਹਨਾਂ ਦਾ ਰਿਐਕਸ਼ਨ ਸੀ ਮੈਡਮ ਦਾ ਬੜਾ ਕਾਬਲੇ ਤਾਰੀਫ ਸੀ, ਕਿਉਂਕਿ ਜਦੋਂ ਉਹਨਾਂ ਨੇ ਸਾਰੀ ਪਟੀਸ਼ਨ ਪੜ੍ਹੀ ਤੇ ਵੀਡੀਓ ਵੀ ਦੇਖੀ ਤੇ ਉਹ ਕਹਿੰਦੇ ਮੈਨੂੰ ਸ਼ਰਮ ਆ ਰਹੀ ਕਿ ਮੈਂ ਏਦਾਂ ਦੇ ਦੇਸ਼ 'ਚ ਰਹਿ ਰਹੀ। ਤੇ ਉਹਨਾਂ ਦੇ ਫਸਟ ਵਰਡ ਸੀ ਜਿਹੜੇ ਕਿ ਅਸੀਂ ਦੇਖ ਸੁਣ ਕੇ ਗੱਲ ਲੱਗੀ ਕਿ ਕੋਈ ਤਾਂ ਹੈ, ਅਦਾਲਤਾਂ ਹਜੇ ਵੀ ਮੌਜੂਦ ਨੇ ਜਿਹੜੀਆਂ ਕਿ
ਸਾਡੇ ਪੀੜਤ ਧਿਰਾਂ ਨੂੰ ਅੱਜ ਇਨਸਾਫ ਦੇ ਰਹੀਆਂ ਨੇ ਤੇ ਸਾਡੀ ਆਸ ਵੱਧਦੀ ਹੈ। ਕਿਤੇ ਨਾ ਕਿਤੇ ਡਗਮਗਾਉਂਦੀ ਹੈ ਗੱਲ ਜਦੋਂ ਅਸੀਂ ਪੁਲਿਸ ਦੀ ਕਾਰਵਾਈ ਨੂੰ ਦੇਖਦੇ ਹਾਂ, ਪਰ ਜਦੋਂ ਅਦਾਲਤਾਂ ਦੇਖਦੇ ਹਾਂ ਤੇ ਕਿਤੇ ਨਾ ਕਿਤੇ ਤਸੱਲੀ ਵੀ ਮਹਿਸੂਸ ਹੁੰਦੀ ਹੈ ਕਿ ਸਾਡਾ ਜਿਹੜਾ ਸਿਸਟਮ ਹੈ ਉਹ ਅੱਜ ਹਜੇ ਮੌਜੂਦ ਹੈ, ਅੱਜ ਖੜਾ। ਗਿਆਸਪੁਰਾ ਸਾਹਿਬ, ਪਰਿਵਾਰ ਨਾਲ ਗੱਲਬਾਤ ਹੋਈ ਹੈ? ਕਿਉਂਕਿ ਪਰਿਵਾਰ ਜ਼ਾਹਿਰ ਜੀ ਗੱਲ ਹੈ ਸੋਸ਼ਲੀ ਬਹੁਤ ਜ਼ਿਆਦਾ ਪਰੇਸ਼ਾਨ, ਮੈਂਟਲੀ ਬਹੁਤ ਜ਼ਿਆਦਾ ਹਰਾਸ ਹੋਇਆ, ਔਰ ਹੁਣ ਜਦੋਂ ਪਰਚਾ ਦਰਜ ਦੀ ਗੱਲ ਆਈ ਹੈ ਤਾਂ ਚਾਹੇ ਲੜਾਈ ਅਜੇ ਜਿੱਤੀ ਨਹੀਂ ਹੈ ਪਰ ਕਿਤੇ ਨਾ ਕਿਤੇ ਉਹਨਾਂ ਨੂੰ ਥੋੜਾ ਬਹੁਤ ਭਰੋਸਾ ਤਾਂ ਮਿਲਿਆ ਹੋਣਾ। ਬਿਲਕੁਲ, ਪਰਿਵਾਰ ਅੱਜ ਜਦੋਂ ਉਹਨਾਂ ਨੂੰ ਅਸੀਂ ਦੱਸਿਆ ਉੱਥੋਂ ਹੀ ਤੇ ਪਰਿਵਾਰ ਨੇ ਇਸ ਗੱਲ ਦੀ ਖੁਸ਼ੀ ਜ਼ਾਹਰ ਕੀਤੀ ਹੈ ਕਿ ਸ਼ੁਕਰ ਆ ਮਾਲਕਾ, ਅਸੀਂ ਬਾਹਰ ਨਹੀਂ ਸੀ ਨਿਕਲ ਸਕਦੇ ਜਿੱਦਣ ਦਾ ਇਹ ਮਾਮਲਾ ਸਾਹਮਣੇ ਆਇਆ, ਧਿਆਨ ਦੇ ਵਿੱਚ ਆਇਆ। ਤੁਸੀਂ ਇਹ ਦੇਖੋ ਕਿ ਡੀਜੀਪੀ ਸਾਹਿਬ ਨੇ ਆਪ ਪ੍ਰੈਸ ਦੇ ਵਿੱਚ 18/4/2020 ਨੂੰ ਇਨਕੁਆਇਰੀ ਮਾਰਕ ਕੀਤੀ ਸੀ ਆਈਜੀ ਜਸਕਰਨ ਸਿੰਘ ਦੀ ਅਗਵਾਈ ਦੇ ਵਿੱਚ। ਅੱਜ ਤੁਸੀਂ ਦੇਖ ਲਓ ਕਿ ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ, ਉਹ ਇਨਕੁਆਇਰੀ ਕਿੱਥੇ ਚੱਲੀ ਆ, ਕਿੱਥੇ ਫਾਈਲ ਕੀ ਪਈ ਆ, ਇਹਦਾ ਕਿਸੇ ਨੂੰ ਕੋਈ ਪਤਾ ਨਹੀਂ ਹੈ। ਸਿਰਫ ਇਕੱਲੇ ਕਰੋਨਾ ਦੇ ਨਾਂ ਹੇਠ ਦਬਾ ਕੇ ਐਡਾ ਵੱਡਾ ਮਾਮਲਾ ਜਿਹੜਾ ਕਿ ਇੱਕ ਮਨੁੱਖਤਾ ਤੋਂ ਗਿਰੀ ਹੋਈ ਹਰਕਤ, ਆਪ ਹੀ ਉਸਨੂੰ ਮਨਾਉਣਾ ਤੇ ਆਪ ਹੀ ਉਹਨੂੰ ਵਾਇਰਲ ਕਰਨਾ, ਇਹ ਬਹੁਤ ਘਿਨਾਉਣੀ ਹਰਕਤ ਕੀਤੀ ਆ ਕਿ ਇੱਕ ਨਾਬਾਲਗ ਬੇਟੇ ਦੇ ਨਾਲ ਉਹਨਾਂ ਦਾ ਜਿਹੜਾ ਸੀ ਅੰਮ੍ਰਿਤਧਾਰੀ ਤੇ ਨਾਲ ਜਿਹੜਾ ਹੈਗਾ ਸੀ ਇੱਕ ਸ਼ਡਿਊਲ ਕਾਸਟ ਜਿਹੜਾ ਉਹਨਾਂ ਦਾ ਸੀਰੀ ਸੀ ਸੰਤ, ਇਹਨੂੰ ਕਹਿੰਦੇ ਆ, ਕੱਚਾ ਨਾਮ ਉਹਨਾਂ ਦਾ ਸੰਤ ਹੈ ਜਸਵੰਤ ਸਿੰਘ ਸੰਤ, ਉਹਨੂੰ ਨੰਗਾ ਕਰਕੇ ਜਿਹੜਾ ਹੈਗਾ ਸੀ। ਇਹਦੇ ਵਿੱਚ ਦੋ ਹੁਣ ਤਰ੍ਹਾਂ ਤੋਂ ਫਰੰਟ ਤੋਂ ਸਾਡਾ ਜਿਹੜਾ ਹੈਗਾ ਮੋਰਚਾ ਖੋਲਿਆ ਹੋਇਆ ਲੜਾਈ ਦਾ। ਇੱਕ ਮੋਰਚਾ ਦਾ ਜਿਹੜਾ ਹੈਗਾ ਤੁਹਾਨੂੰ ਦੱਸਿਆ ਕਿ CWP 3160, ਜਿਹਦੇ ਵਿੱਚ ਅੱਜ ਕੋਰਟ ਨੇ 8/7 ਤੋਂ ਪਹਿਲਾਂ ਜਿਹੜੀ ਨੈਕਸਟ ਡੇਟ ਹੈ 8/7 ਦੀ ਪਈ ਹੈ, ਉਸ ਤੋਂ ਪਹਿਲਾਂ ਕੋਰਟ ਨੇ ਕਲੀਅਰ ਸ਼ਬਦਾਂ ਦੇ ਵਿੱਚ ਕਿਹਾ ਕਿ FIR ਦਰਜ ਕਰਕੇ ਮੇਰੀ ਟੇਬਲ ਤੇ ਹੋਣੀ ਚਾਹੀਦੀ ਹੈ। DGP ਨੂੰ ਡਾਇਰੈਕਟ ਦਿੱਤੇ। ਅੱਜ ਸਰਕਾਰੀ ਧਿਰ ਵੱਲੋਂ ਅੱਜ ਮਿਸ ਸਮੀਨਾ ਧੀਰ ਜਿਹੜੇ ਸੀ ਉਹ ਪੇਸ਼ ਹੋਏ ਸੀ, ਇਹਨਾਂ ਨੂੰ ਕਿ ਤੁਰੰਤ ਉਹਨਾਂ ਨੇ ਇਸ ਗੱਲ ਦੇ ਨੋਟਿਸ ਜਿਹੜਾ ਸੀ ਥਮਾਇਆ ਜੱਜ ਸਾਹਿਬ ਨੇ। ਔਰ ਇਹਦਾ ਜਿਹੜਾ ਦੂਜਾ ਸਾਡੇ ਕੋਲ ਸੀ ਕਿ ਅਸੀਂ SC/ST ਕਮਿਸ਼ਨ ਕੋਲ ਵੀ ਪਹੁੰਚ ਕੀਤੀ ਆ। ਲਾਸਟ ਵੀਕ SC/ST ਕਮਿਸ਼ਨ ਨੇ 1 ਹਫ਼ਤੇ ਦਾ ਟਾਈਮ SSP ਨੂੰ ਕਿਹਾ ਸੀ ਕਿ 1 ਹਫ਼ਤੇ ਦੇ ਵਿੱਚ ਦੱਸੋ ਕਿ ਤੁਸੀਂ ਕੀ ਕੀਤਾ, ਪਰ ਪਿਛਲੇ 2 ਦਿਨ ਪਹਿਲਾਂ SSP ਸਾਹਿਬ ਨੇ 1 ਹਫ਼ਤੇ ਦਾ ਹੋਰ ਟਾਈਮ ਲੈ ਲਿਆ ਸੀ ਕਿ ਅਸੀਂ ਕਰੋਨਾ ਦੇ ਵਿੱਚ ਬਿਜ਼ੀ ਆ, ਇਸ ਲਈ ਸਾਨੂੰ 1 ਹਫ਼ਤੇ ਦਾ ਹੋਰ ਟਾਈਮ ਦਿੱਤਾ ਜਾਵੇ। ਸਾਡੀ ਜਿਹੜੀ ਲੜਾਈ ਆ 2 ਧਿਰਾਂ ਤੋਂ ਅਲੱਗ-ਅਲੱਗ 2 ਐਂਗਲਾਂ ਤੋਂ ਚੱਲ ਰਹੀ ਹੈ ਤੇ ਸਾਨੂੰ ਉਮੀਦ ਤੇ ਆਸ ਆ ਕਿ ਜਿਹੜੀਆਂ ਸਾਡੀਆਂ ਕੋਰਟਾਂ ਨੇ, ਜਿਹੜੀਆਂ ਅਦਾਲਤਾਂ ਨੇ, ਉਹ ਜ਼ਰੂਰ ਇਦਾਂ ਦੇ ਅਫਸਰਾਂ ਨੂੰ ਸਜ਼ਾ ਦੇਣਗੀਆਂ। ਅਸੀਂ ਪੁਲਿਸ ਨੂੰ ਵੀ ਅਪੀਲ ਕਰਦੇ ਹਾਂ ਕਿ ਜਿਹੜੇ ਇਦਾਂ ਦੇ ਅਫਸਰ ਨੇ ਇਹਨਾਂ ਨਾਲ ਕਦੇ ਵੀ ਤੁਹਾਡੀ ਪੁਲਿਸ ਦਾ ਮਨੋਬਲ ਨਹੀਂ ਵਧਣਾ, ਸਗੋਂ ਕਰੋ ਇਦਾਂ ਦੇ ਅਫਸਰਾਂ ਦੇ ਨਾਲ ਮਨੋਬਲ ਗਿਰਦਾ ਹੈ। ਬਿਲਕੁਲ ਬਚਾਇਆ ਨਾ ਜਾਵੇ ਅਜੇ ਅਫਸਰਾਂ ਨੂੰ। 1 ਮਹੀਨਾ ਹੋ ਗਿਆ, IG ਸਾਹਿਬ ਨੇ ਜੇ ਕੋਈ ਇਸ ਦੇ ਕੋਈ ਕੰਕਰੀਟ ਫੈਸਲਾ ਨਹੀਂ ਲਿਆ ਸੀ, ਕੋਈ ਜਾਂਚ ਦੀ ਪ੍ਰੋਪਰ ਰਿਪੋਰਟ ਨਹੀਂ ਆਈ ਸੀ, ਤਾਂ ਹੁਣ ਘੱਟੋ ਘੱਟ ਮਾਨਯੋਗ ਹਾਈ ਕੋਰਟ ਨੇ ਜੇ ਪਰਚਾ ਦਰਜ ਕਰਨ ਦਾ ਕਿਹਾ ਤਾਂ ਇਹ ਪੁਲਿਸ ਨੂੰ ਵੀ ਇੱਕ ਸੱਟ ਲੱਗੀ ਹੈ, ਮੈਸੇਜ ਹੈ। ਬਿਲਕੁਲ ਜੀ, ਦੇਖੋ ਜਦੋਂ ਪਰਚਾ ਦਰਜ ਹੋ ਜਾਣਾ ਤੇ ਆਟੋਮੈਟਿਕ ਹੀ ਜਿਹੜਾ ਬੰਦਾ ਉਹ ਸਸਪੈਂਡ ਹੋ ਜਾਣਾ, ਕਿਉਂਕਿ ਇਹ ਪੁਲਿਸ ਰੂਲ ਨੇ। ਕਿਤੇ ਇਹਨਾਂ ਰੂਲਾਂ ਦੇ ਵਿੱਚ ਵੀ ਕੋਈ ਮੇਖ ਜੀ ਕੱਢ ਕੇ ਉਹਨੂੰ ਫੇਰ ਨਾ ਕਿਤੇ ਕੋਈ ਨਾ ਕੋਈ ਪੁਲਿਸ ਬਚਾਉਣ ਦੀ ਕੋਸ਼ਿਸ਼ ਕਰੇ। ਇਸ ਲਈ ਤੁਹਾਡੇ ਚੈਨਲ ਜਰੀਏ ਅਪੀਲ ਕਰਦੇ ਆ ਕਿ ਇਦਾਂ ਦੇ ਅਫਸਰਾਂ ਨੂੰ ਸਜ਼ਾ ਸਖਤ ਤੋਂ ਸਖਤ ਮਿਲਣੀ ਚਾਹੀਦੀ ਆ ਤਾਂ ਕਿ ਪੁਲਿਸ ਦਾ ਭਰੋਸਾ ਲੋਕਾਂ ਦੇ ਵਿੱਚ ਦੁਬਾਰਾ ਕਾਇਮ ਹੋ ਸਕੇ। ਬਹੁਤ ਧੰਨਵਾਦ, ਤੁਸੀਂ ਸਮਾਂ ਦਿੱਤਾ ਗਿਆਸਪੁਰਾ ਸਾਹਿਬ ਇਸ ਗੱਲ ਦੇ ਉੱਤੇ, ਔਰ ਇਹ ਲੜਾਈ ਦੇ ਵਿੱਚ ਤੁਸੀਂ ਪਰਿਵਾਰ ਦਾ ਸਾਥ ਦਿੱਤਾ। ਸ਼ੁਕਰੀਆ। ਧੰਨਵਾਦ ਸਰਦਾਰ ਸਿਮਰਨਜੋਤ ਸਿੰਘ ਜੀ, ਧੰਨਵਾਦ। ਸੋ ਜਿਸ ਤਰ੍ਹਾਂ ਅਸੀਂ ਅਪਡੇਟ ਦੇ ਰਹੇ ਹਾਂ, ਮਾਨਯੋਗ ਹਾਈ ਕੋਰਟ ਦੇ ਵੱਲੋਂ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵੱਲੋਂ ਆਦੇਸ਼ ਦਿੱਤੇ ਗਏ ਨੇ ਕਿ ਪਰਚਾ ਦਰਜ ਕੀਤਾ ਜਾਵੇ SHO ਔਰ ਉਹਨਾਂ ਦੇ ਜਿਹੜੇ ਸਾਥੀ ਨੇ ਬਕਾਇਦਾ ਇਸ ਮਾਮਲੇ ਦੇ ਵਿੱਚ। ਇੱਕ ਹੋਰ ਵੱਡਾ ਅਪਡੇਟ ਤੁਹਾਡੇ ਤੱਕ ਲੈ ਕੇ ਅਸੀਂ ਹਾਜ਼ਰ ਹੈਗੇ ਹਾਂ। ਨਵਾਂ ਸ਼ਹਿਰ ਦੇ ਵੱਲ ਤੁਹਾਨੂੰ ਲੈ ਚੱਲਦੇ ਹਾਂ। ਨਵਾਂ ਸ਼ਹਿਰ ਤੋਂ ਇੱਕ ਮੰਦਭਾਗੀ ਖਬਰ ਕੱਲ ਸ਼ਾਮ ਦੀ ਇਹ ਖਬਰ ਨਸ਼ਰ ਹੋਈ ਹੈ, ਤਾਂ ਖਾਸ ਤੌਰ ਤੇ ਪੱਤਰਕਾਰੀ ਖੇਤਰ ਦੇ ਵਿੱਚ ਔਰ ਪੱਤਰਕਾਰੀ ਖੇਤਰ ਦੇ ਨਾਲ ਜੁੜੀਆਂ ਤਮਾਮ ਉਹਨਾਂ ਲੋਕਾਂ ਹਸਤੀਆਂ ਵਾਸਤੇ ਇੱਕ ਸੋਗ ਦੀ ਖਬਰ ਸੀ ਕਿ ਇੱਕ ਸਾਥੀ ਪੱਤਰਕਾਰ ਜਿਹੜੇ ਸੀਗੇ ਸਨਪ੍ਰੀਤ ਮੰਗਟ, ਉਹਨਾਂ ਦਾ ਕਤਲ ਹੋ ਜਾਂਦਾ ਹੈ। ਸ਼ੁਰੂਆਤ ਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਕਿਉਂਕਿ ਰਾਹੋਂ ਮਾਛੀਵਾੜਾ ਰੋਡ ਦੇ ਉੱਤੇ ਉਹਨਾਂ ਦੀ ਲਾਸ਼ ਮਿਲਦੀ ਹੈ, ਉਹਨਾਂ ਦੀ ਬੋਡੀ ਮਿਲਦੀ ਹੈ। ਸ਼ੁਰੂਆਤ ਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਇਹ ਐਕਸੀਡੈਂਟ ਹੈ। ਪੁਲਿਸ ਜਦੋਂ ਮਾਮਲਾ ਦਰਜ ਕਰਨ ਦੀ ਗੱਲ ਕਰਦੀ ਤਾਂ ਇਹ ਕਿਹਾ ਜਾਂਦਾ ਹੈ ਕਿ ਐਕਸੀਡੈਂਟ ਹੋ ਗਿਆ, ਪਰ ਬਾਅਦ ਦੇ ਵਿੱਚ ਜਦੋਂ ਪੋਸਟਮਾਰਟਮ ਦੀ ਰਿਪੋਰਟ ਆਉਂਦੀ ਹੈ ਤਾਂ ਪਤਾ ਲੱਗਿਆ ਕਿ ਇਹ ਐਕਸੀਡੈਂਟ ਨਹੀਂ ਹੈ, ਤਾਂ ਇਹ ਕਤਲ ਕੀਤਾ ਗਿਆ। ਜੋ ਮੁੱਢਲੀ ਜਾਣਕਾਰੀ ਸਾਡੇ ਤੱਕ ਆ ਰਹੀ ਹੈ, ਪੁਲਿਸ ਹਾਲਾਂਕਿ 10 ਤਰੀਕ ਦੀ ਇਹ ਗੱਲ ਹੈ, ਪੁਲਿਸ ਨੇ ਮੌਕੇ ਤੇ ਪਹੁੰਚ ਕੇ ਉਹਨਾਂ ਦੇ ਪਿਤਾ ਦੇ ਬਿਆਨ ਦੇ ਆਧਾਰ ਤੇ ਸੜਕ ਹਾਦਸੇ ਦਾ ਮਾਮਲਾ ਦਰਜ ਕੀਤਾ ਸੀਗਾ ਔਰ ਘਟਨਾ
ਤੋਂ ਬਾਅਦ ਮਾਤਾ ਪਿਤਾ ਉਹਦਾ ਇੱਕ ਪਤਨੀ ਹੈ ਜਿਹੜਾ ਸਨਪ੍ਰੀਤ ਮੰਗੜ ਦੀ ਦੱਸਿਆ ਜਾ ਰਿਹਾ ਹੈ, ਬੇਟਾ ਛੋਟਾ, ਬੇਟੀ ਉਹ ਆਪਣੇ ਪਿੱਛੇ ਛੱਡ ਗਿਆ, ਪਰਿਵਾਰ ਪੂਰਾ ਹੈਗਾ। ਔਰ ਜਦੋਂ ਬਾਡੀ ਦੇਖੀ ਗਈ ਤਾਂ ਬਾਡੀ ਦੇ ਉੱਤੇ ਬਹੁਤ ਸਾਰੇ ਨਿਸ਼ਾਨ ਜਿਹੜੇ ਆ ਆਇਡੈਂਟੀਫਾਈ ਕੀਤੇ ਗਏ ਕਿ ਨਿਸ਼ਾਨ ਨੇ, ਔਰ ਕੁਝ ਹੋਰ ਬਿਆਨ ਕਰ ਰਹੇ ਸੀ ਉਹ ਨਿਸ਼ਾਨ। ਜਿਸ ਤਰ੍ਹਾਂ ਸਾਡੇ ਸਹਿਯੋਗੀ ਨੇ ਨਵਾਂ ਸ਼ਹਿਰ ਤੋਂ ਸਾਡੇ ਤੱਕ ਇਨਫੋਰਮੇਸ਼ਨ ਪਹੁੰਚਾਈ ਹੈ, ਉਸ ਦੇ ਤਹਿਤ ਅਸੀਂ ਇਹ ਤੁਹਾਡੇ ਤੱਕ ਲਗਾਤਾਰ ਇਸ ਦੀ ਖੋਜਬੀਨ ਛਾਣਬੀਨ ਕਰਕੇ ਇਹ ਤੁਹਾਡੇ ਤੱਕ ਲੈ ਕੇ ਆ ਰਹੇ ਹਾਂ। ਸਨਪ੍ਰੀਤ ਮੰਗੜ ਪੋਸਟਮਾਰਟਮ ਤੋਂ ਬਾਅਦ ਬਲਾਚੌਰ ਹਸਪਤਾਲ ਦੇ ਵਿੱਚ ਇਹਨਾਂ ਦਾ ਪੋਸਟਮਾਰਟਮ ਕੀਤਾ ਗਿਆ। ਕਿਹਾ ਜਾਂਦਾ ਹੈ ਕਿ ਸੈਂਡ ਮਾਫੀਆ ਦੇ ਖਿਲਾਫ ਇਹ ਬਹੁਤ ਸਾਰੀਆਂ ਖਬਰਾਂ ਕਰਦੇ ਰਹੇ ਆ, ਬਹੁਤ ਸਾਰੇ ਲਿਖਦੇ ਵੀ ਰਹੇ ਆ। ਤਾਂ ਦੂਜੇ ਪਾਸੇ ਪੁਲਿਸ ਨੇ ਇਸ ਨੂੰ ਨਾਰਕੋਟਿਕਸ ਦਾ ਐਂਗਲ ਵੀ ਦਿੱਤਾ। ਪੁਲਿਸ ਨੇ ਕਿਹਾ ਕਿ ਇਹ ਸੈਂਡ ਮਾਫੀਆ ਦੀ ਗੱਲ ਨਹੀਂ ਲੱਗ ਰਹੀ, ਇਸ ਨੌਜਵਾਨ ਦੇ ਉੱਤੇ, ਇਸ ਪੱਤਰਕਾਰ ਦੇ ਉੱਤੇ ਕੁਝ ਨਾਰਕੋਟਿਕਸ ਜਿਹੜੇ ਦੇ ਨਾਲ ਸੰਬੰਧਿਤ ਮਾਮਲੇ ਸੀਗੇ। ਔਰ ਇਸ ਮਾਮਲੇ ਦੇ ਵਿੱਚ ਵੱਡੀ ਜਿਹੜੀ ਅਪਡੇਟ ਤੁਹਾਨੂੰ ਇਹ ਦੇ ਰਹੇ ਹਾਂ ਕਿ ਪੋਸਟਮਾਰਟਮ ਰਿਪੋਰਟ ਦੇ ਵਿੱਚ ਆਇਆ ਕਿ ਤੇਜ਼ਧਾਰ ਹਥਿਆਰ ਦੇ ਨਾਲ 14 ਥਾਵਾਂ ਦੇ ਉੱਤੇ ਇਸ ਪੱਤਰਕਾਰ ਨੂੰ ਇਹਦੇ ਤੇ ਹਮਲਾ ਕੀਤਾ ਗਿਆ। 14 ਨਿਸ਼ਾਨ ਤੇਜ਼ਧਾਰ ਹਥਿਆਰ ਦੇ ਪਾਏ ਗਏ ਨੇ। ਤਾਂ ਵੱਡੀ ਗੱਲ ਹੈ, ਵੱਡੀ ਖਬਰ ਹੈ ਇਸ ਵੇਲੇ ਦੀ ਕਿ ਇੱਕ ਸਾਥੀ ਪੱਤਰਕਾਰ ਦਾ ਕਤਲ ਕਰ ਦਿੱਤਾ ਜਾਂਦਾ ਹੈ। ਪੋਸਟਮਾਰਟਮ ਰਿਪੋਰਟ ਦੇ ਵਿੱਚ ਆਉਂਦਾ ਹੈ ਕਿ ਜੋ ਬਾਡੀ ਹੈ ਉਹਦੇ ਤੇ ਤੇਜ਼ਧਾਰ ਹਥਿਆਰ ਦੇ ਨਾਲ 14 ਦੇ ਕਰੀਬ ਨਿਸ਼ਾਨ ਪਾਏ ਗਏ ਨੇ। ਇਹ ਜਿਹੜਾ ਸਨਪ੍ਰੀਤ ਮੰਗੜ ਨਾਮ ਪੱਤਰਕਾਰ ਦਾ, ਔਰ ਇਹਨਾਂ ਦੇ 14 ਦੇ ਕਰੀਬ ਨਿਸ਼ਾਨ ਜਿਹੜੇ ਨੇ ਬਾਡੀ ਦੇ ਉੱਤੇ ਪਾਏ ਗਏ ਨੇ। ਤੁਸੀਂ ਤਸਵੀਰਾਂ ਪਰਿਵਾਰ ਦੀਆਂ, ਉਹਨਾਂ ਦੇ ਘਰ ਦੀਆਂ, ਉਹਨਾਂ ਦੀ ਮਾਤਾ ਦੀਆਂ ਦੇਖ ਰਹੇ ਹੋ। ਅਸੀਂ ਤਸਵੀਰ ਸਨਪ੍ਰੀਤ ਦੀ ਵੀ ਤੁਹਾਨੂੰ ਦਿਖਾ ਰਹੇ ਹਾਂ। ਔਰ ਇਹ ਕਿਹਾ ਗਿਆ ਕਿ ਪੱਤਰਕਾਰੀ ਕਰਦੇ ਹੋਏ ਰੇਤ ਮਾਫੀਆ ਤੇ ਸਮਾਜ ਵਿਰੋਧੀ ਤੱਤਾਂ ਦੇ ਕਾਰਨਾਮੇ ਉਹ ਉਜਾਗਰ ਕਰਦੇ ਰਹੇ ਨੇ, ਔਰ ਇਸ ਦੀ ਕੋਈ ਰੰਜਿਸ਼ ਹੋ ਸਕਦੀ ਹੈ ਜਿਸ ਕਰਕੇ ਉਹਨਾਂ ਦਾ ਕਤਲ ਕੀਤਾ ਗਿਆ। ਪਰ ਵੱਡਾ ਸਵਾਲ ਹੈ ਕਿ ਆਖਰ ਸ਼ੁਰੂ ਦੇ ਵਿੱਚ ਇਸ ਨੂੰ ਐਕਸੀਡੈਂਟ ਦੱਸਿਆ ਗਿਆ ਸੀ, ਪੋਸਟਮਾਰਟਮ ਤੋਂ ਬਾਅਦ ਕਤਲ ਹੋਣ ਦੀ ਪੁਸ਼ਟੀ ਦੀ ਗੱਲ ਸਾਹਮਣੇ ਆਉਂਦੀ ਹੈ। ਪੁਲਿਸ ਨੇ ਪੋਸਟਮਾਰਟਮ ਰਿਪੋਰਟ ਦੇ ਆਧਾਰ ਤੇ ਹਾਲਾਂਕਿ ਕਤਲ ਦਾ ਮਾਮਲਾ ਹੁਣ ਦਰਜ ਕਰ ਲਿਆ, ਔਰ ਜਾਂਚ ਦੇ ਵਾਸਤੇ ਐਸਐਸਪੀ ਅਲਕਾ ਮੀਨਾ ਨੇ ਇੱਕ ਐਸਆਈਟੀ ਦਾ ਵੀ ਗਠਨ ਕਰ ਦਿੱਤਾ ਇਸ ਮਾਮਲੇ ਦੇ ਵਿੱਚ, ਜਿਸ ਦੇ ਵਿੱਚ ਐਸਪੀਡੀ, ਡੀਐਸਪੀਡੀ, ਸੀਆਈਏ ਦੇ ਇੰਚਾਰਜ ਇਸ ਜਿਹੜੀ ਜਾਂਚ ਹੈਗੀ ਹੈ ਕਮੇਟੀ, ਉਹਦੇ ਵਿੱਚ ਉਹਨਾਂ ਨੂੰ ਬਤੌਰ ਦੇ ਉੱਤੇ ਪਾਇਆ ਗਿਆ। ਔਰ ਪੁਲਿਸ ਨੇ ਸੜਕ ਹਾਦਸੇ ਦੀ ਐਫਆਈਆਰ ਦੇ ਵਿੱਚ ਕਤਲ ਦੀ ਧਾਰਾ 302 ਵੀ ਹੁਣ ਜੋੜ ਦਿੱਤੀ ਹੈ, ਜੋ ਹੁਣ ਮੁੱਢਲੀ ਇਨਫੋਰਮੇਸ਼ਨ ਤੋਂ ਬਾਅਦ ਹੁਣ ਲੇਟੈਸਟ ਇਨਫੋਰਮੇਸ਼ਨ ਇਸ ਮਾਮਲੇ ਦੇ ਵਿੱਚ ਆ ਰਹੀ ਹੈ। ਡੀਐਸਪੀ ਜਿਹੜੇ ਨੇ ਉਹਨਾਂ ਨੇ ਬਕਾਇਦਾ ਇਹ ਕਿਹਾ ਕਿ ਸਨਪ੍ਰੀਤ ਮੰਗੜ ਜਿਹੜਾ ਉਹਦੇ ਤੇ ਐਨਡੀਪੀਐਸ ਦੇ ਤਹਿਤ 2 ਮਾਮਲੇ ਦਰਜ ਸੀਗੇ, ਔਰ ਇਹ ਪੁਲਿਸ ਐਂਗਲ ਉਸ ਵੱਲ ਦੇਖ ਰਹੀ ਹੈ। ਹਾਲਾਂਕਿ ਜੋ ਸਮਾਜ ਔਰ ਬਾਕੀ ਲੋਕਾਂ ਤੋਂ ਸੋਰਸਸ ਤੋਂ ਖਬਰ ਆ ਰਹੀ ਹੈ ਕਿ ਸਨਪ੍ਰੀਤ ਸੈਂਡ ਮਾਫੀਆ ਦੇ ਖਿਲਾਫ ਵੀ ਬਹੁਤ ਸਾਰੀਆਂ ਖਬਰਾਂ ਕਰਦੇ ਰਹੇ ਆ। ਪਰਿਵਾਰ ਕੀ ਕਹਿ ਰਿਹਾ ਉਹ ਤੁਹਾਨੂੰ ਸੁਣਾ ਦਿੰਨੇ ਆ, ਉਸਦੇ ਮਾਤਾ ਪਿਤਾ ਉਹਨਾਂ ਨੇ ਕੀ ਕਿਹਾ ਇਹ ਤੁਹਾਨੂੰ ਸੁਣਾ ਦਿੰਨੇ ਆ। ਸਨਪ੍ਰੀਤ ਮੰਗੜ ਜਿਸ ਦਾ ਰਾਹੋਂ ਮਾਛੀਵਾੜਾ ਰੋਡ ਦੇ ਉੱਤੇ ਬਾਡੀ ਮਿਲੀ ਸੀ, ਪਹਿਲਾਂ ਕਿਹਾ ਗਿਆ ਕਿ ਐਕਸੀਡੈਂਟ ਹੈ, ਫਿਰ ਪਤਾ ਲੱਗਿਆ ਕਿ ਕਤਲ ਹੈ। ਤਾਂ ਪਰਿਵਾਰ ਕੀ ਕਹਿ ਰਿਹਾ ਤੁਹਾਨੂੰ ਉਹ ਸੁਣਾ ਦਿੰਨੇ ਆ। ਇਹ ਕਰੀਬ 2-3 ਸਾਲ ਤੋਂ ਹਾਲਾਂਕਿ ਸਨਪ੍ਰੀਤ ਆਪਣੇ ਪਿਤਾ ਦੇ ਨਾਲ ਖੇਤੀ ਕਰਦਾ ਸੀ, ਔਰ ਹਿੰਦੀ ਦੇ ਇੱਕ ਵੱਡੇ ਅਖਬਾਰ ਦੇ ਵਿੱਚ ਸਨਪ੍ਰੀਤ ਕੰਮ ਕਰਦਾ ਰਿਹਾ ਹੈ। ਪੰਜਾਬ ਦੇ ਵਿੱਚ ਹਿੰਦੀ ਦਾ ਇੱਕ ਬਹੁਤ ਵੱਡਾ ਨਾਮੀ ਅਖਬਾਰ ਜਿਸ ਦੇ ਵਿੱਚ ਸਨਪ੍ਰੀਤ ਕੰਮ ਕਰਦਾ ਰਿਹਾ ਹੈ, ਔਰ 2-3 ਸਾਲਾਂ ਤੋਂ ਹੁਣ ਉਹ ਖੇਤੀ ਕਰਕੇ ਆਪਦੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਸੀਗਾ, ਔਰ ਨੇੜੇ ਆਪਣੇ ਹੋਰ ਕੁਝ ਲੋਕਲ ਅਖਬਾਰਾਂ ਔਰ ਵੈਬ ਚੈਨਲਸ ਦੇ ਨਾਲ ਵੀ ਦੱਸਿਆ ਜਾ ਰਿਹਾ ਹੈ ਕਿ ਇਹ ਕੰਮ ਕਰਦਾ ਰਿਹਾ ਨੌਜਵਾਨ। ਪਰਿਵਾਰ ਕੀ ਕਹਿ ਰਿਹਾ ਇੱਕ ਵਾਰੀ ਸੁਣ ਲਓ, ਫਿਰ ਅੱਗੇ ਇਸ ਦੇ ਉੱਤੇ ਤੁਹਾਨੂੰ ਹੋਰ ਜਾਣਕਾਰੀ ਦਿੰਨੇ ਆ। ਹੱਤਿਆ ਕੀਤੀ ਗਈ ਹੈ, ਕੋਈ ਐਕਸੀਡੈਂਟ ਨਹੀਂ ਹੋਇਆ। ਪਹਿਲਾਂ ਸਾਨੂੰ ਕਰਦਾ ਸੀ ਪੱਤਰਕਾਰੀ ਦਾ ਕੰਮ, ਤੇ ਹੁਣ ਉਹ ਕੰਮ ਛੱਡ ਕੇ ਖੇਤੀਬਾੜੀ ਦਾ ਕੰਮ ਕਰਨ ਲੱਗੇ। ਸਵੇਰ ਚੰਗਾ ਭਲਾ ਕਰੂੰਗੀ, ਕੋਈ ਗੱਲ ਨਹੀਂ। ਉਹ ਅੱਗੇ ਗਿਆ, ਡੈਡੀ ਪਿੱਛੇ ਗਿਆ ਉਹਦੇ, ਤੇ ਡੈਡੀ ਵਾਪਸ ਦੁੱਧ ਲੈ ਕੇ ਆ ਗਏ ਉਹਦੇ। ਉਹ ਖੇਤ 'ਚ ਕੰਮ ਕਰ ਆਉਂਦਾ ਸੀਗਾ ਲੇਬਰ ਵਾਲਿਆਂ ਦੇ ਨਾਲ। ਡੈਡੀ ਉਹਦੇ ਖਾਣਾ ਉੱਥੇ ਲੈ ਕੇ ਗਏ ਆ, ਫਿਰ ਦੁਪਹਿਰ ਨੂੰ ਵਾਪਸ ਘਰ ਆਇਆ, ਫਿਰ ਦੁਪਹਿਰ ਦਾ ਫਿਰ ਲੈ ਕੇ ਗਏ ਆ। ਸ਼ਾਮ ਨੂੰ ਫਿਰ 6:30 ਵਜੇ ਉੱਥੋਂ ਵਾਪਸ ਆਇਆ। ਉਹਨੂੰ ਕਿਹਾ ਵੀ ਆਪਾਂ ਚੱਲੀ, ਸਾਨੂੰ ਲਾਈਟ ਆ ਗਈ। ਉਹ ਕਹਿੰਦਾ ਡੈਡੀ ਤੁਸੀਂ ਘਰ ਨੂੰ ਚੱਲੋ, ਮੈਂ ਬਾਅਦ 'ਚ ਆਉਣਾ, ਥੋੜ੍ਹੀ ਦੇਰ ਠਹਿਰ ਰੋਕ ਕੇ। ਉਸ ਤੋਂ ਬਾਅਦ
ਉਹ 8 ਵਜੇ ਇੱਕ ਹੋਰ ਬੰਦਾ ਸੀ ਸਾਡਾ ਆਪਣਾ, ਅੱਗੇ ਵੀ ਹਰ ਰੋਜ਼ ਡੇਲੀ ਦੇ ਬੰਦਾ ਜਾਣ ਵਾਲਾ ਸੀ, ਜਿਸ ਜਾਂਦੇ ਸੀ ਇੱਥੇ ਹਰ ਰੋਜ਼ ਜਾਂਦਾ ਸੀ ਖੇਤ 'ਚ। ਉਹ ਇਕੱਠੇ ਆਏ, ਭਾਜੀ ਚੱਲੀਏ। ਉਹ ਘਰ ਨੂੰ ਆਉਣ ਲੱਗ ਗਿਆ ਅਤੇ ਉਹ ਉੱਧਰ ਕਹਿੰਦਾ ਭਾਜੀ ਮੈਂ ਪੇਮੈਂਟ ਫੜ ਲਿਆ, ਮੈਂ ਫੈਕਟਰੀ ਚਲਾ ਗਿਆ। ਉਸ ਤੋਂ ਬਾਅਦ ਅਸੀਂ ਪੌਣੇ 9 ਸਾਡੀ ਬੇਟੀ ਨੇ ਫੋਨ ਕੀਤਾ ਅਤੇ ਉਹਨੂੰ ਕਹਿੰਦੇ ਸੀ ਮੈਂ 15 ਮਿੰਟ 'ਚ ਆਇਆ। ਉਸ ਤੋਂ ਬਾਅਦ 9-10 ਕੁ 'ਤੇ ਅਸੀਂ ਕਾਲ ਕੀਤੀ। ਇਹ ਕਹਿੰਦਾ ਮੈਂ ਮਮਾ ਗੜੀ ਦੇ ਮੋੜ 'ਤੇ ਆ ਗਿਆ, 2 ਮਿੰਟ 'ਚ ਮੈਂ ਘਰ ਆਇਆ। ਉਸ ਤੋਂ ਬਾਅਦ ਅਸੀਂ 15 ਮਿੰਟ ਵੇਟ ਕੀਤੀ। ਉਸ ਤੋਂ ਬਾਅਦ ਅਸੀਂ ਫ਼ੋਨ ਕਰਦੇ ਰਹੇ, ਫ਼ੋਨ ਰਿੰਗ ਜਾਂਦੀ ਸੀ ਪਰ ਉਠਾ ਨਹੀਂ ਪਾਇਆ। ਫਿਰ ਉਹਦੇ ਡੈਡੀ ਉਡੀਕ ਕੇ ਉਹਨੂੰ ਫਿਰ ਦੇਖਣ ਗਏ ਖੇਤਾਂ 'ਚ। ਉਸ ਤੋਂ ਬਾਅਦ ਅਸੀਂ ਫਿਰ ਕਾਲ ਕੀਤੀ, ਇਹ ਕਹਿੰਦੇ ਇੱਥੇ ਹੈ ਨਹੀਂ ਗਾ। ਜਦੋਂ ਇਹ ਵਾਪਸ ਮੁੜ ਕੇ ਆਏ ਤਾਂ ਉੱਥੇ ਮੋਟਰਸਾਈਕਲ ਖੜਾ ਦੇਖਿਆ ਤੇ ਇਹਨਾਂ ਨੇ ਬਾਅਦ 'ਚ ਅਸੀਂ ਸਰਬਜੀਤ ਪਹਿਲਾਂ ਹਿੰਦੀ ਜਾਗਰਣ ਦਾ ਪੱਤਰਕਾਰ ਸੀ। ਉਹ 3 ਸਾਲ ਤੋਂ ਕੰਮ ਉਹਨੇ ਛੱਡਤਾ ਜੀ, ਖੇਤੀਬਾੜੀ ਕਰਦਾ ਜੀ। 6 ਮਹੀਨੇ ਬੈੱਡ ਰੈਸਟ 'ਤੇ ਵੀ ਰਿਹਾ। ਉਸ ਤੋਂ ਬਾਅਦ ਖੇਤੀ ਦਾ ਹੁਣ 2-3 ਮਹੀਨੇ ਦਾ ਕੰਮ ਕਰਾਉਣ ਲੱਗਿਆ ਸੀ। ਅਤੇ ਸਵੇਰੇ 6 ਵਜੇ ਉੱਥੇ ਦੋਨੋਂ ਗਏ ਅੱਡ-ਅੱਡ ਮੋਟਰਸਾਈਕਲਾਂ 'ਤੇ ਆਪਣੇ ਆਪ 'ਤੇ, ਅਤੇ ਉਹ ਉੱਥੇ ਰਹਿ ਗਿਆ। ਮੈਂ ਪਸ਼ੂ ਰੱਖੇ ਨੇ, ਦੁੱਧ ਲੈ ਕੇ ਘਰ ਨੂੰ ਆ ਗਿਆ। ਅਤੇ ਉਸ ਤੋਂ ਬਾਅਦ ਉਹਦੀ ਰੋਟੀ ਲਈ ਚਾਹ ਲੈ ਕੇ ਗਿਆ ਅਤੇ ਦੁਪਹਿਰੇ ਫਿਰ ਮੈਂ ਘਰ ਨੂੰ ਆ ਗਿਆ। ਉੱਥੋਂ ਸ਼ਾਮ ਨੂੰ ਫਿਰ ਮੈਂ ਦੁੱਧ ਲੈਣ ਗਿਆ ਅਤੇ 6:30 ਵਜੇ ਉਹਨੂੰ ਮਿਲ ਕੇ ਆਇਆ। ਅਤੇ ਜਦ ਨੂੰ ਲਾਈਟ ਆ ਗਈ ਉਹ ਪਾਣੀ ਲਗਾਉਣ ਲੱਗ ਗਿਆ ਖੇਤਾਂ 'ਚ। ਉਸ ਤੋਂ ਬਾਅਦ 8 ਵਜੇ ਇੱਕ ਲੜਕਾ ਹੋਰ ਸਾਡੇ ਨਿੱਜੀ ਆ, ਉਹ ਉਹਦੇ ਕੋਲ ਸੀਗਾ। ਉਹ ਦੋਨੋਂ ਉਹ ਕਹਿੰਦਾ ਭਾਜੀ ਚੱਲੀਏ, ਲਾਈਟ ਚਲੀ ਗਈ ਸੀ। ਉਸ ਤੋਂ ਬਾਅਦ ਉਹ ਦੋਨੋਂ ਉੱਥੋਂ ਤੁਰ ਪਏ ਆ ਅਤੇ ਉਹ ਮੁੰਡਾ ਰਾਹੋਂ ਨੂੰ ਆ ਗਿਆ। ਉਹ ਕਹਿੰਦਾ ਮੈਂ ਫੈਕਟਰੀ ਸਬਜ਼ੀ ਦੇ ਪੈਸੇ ਲੈ ਕੇ ਆਉਣਾ। ਪੈਸੇ ਉਹ ਉੱਧਰ ਨੂੰ ਚਲੇ ਗਿਆ, ਲੜਕਾ ਇੱਧਰ ਨੂੰ ਆ ਗਿਆ, ਦੂਸਰਾ ਲੜਕਾ। ਅੱਡ ਮੋਟਰਸਾਈਕਲ ਤੇ ਇੱਕ ਅੱਡ ਮੋਟਰਸਾਈਕਲ ਸੀ? ਠੀਕ ਹੈ ਜੀ। ਦੋਨਾਂ ਦੇ ਕੋਲ ਅੱਡ। ਫਿਰ ਉਸ ਤੋਂ ਬਾਅਦ 9:15 ਵਜੇ ਅਸੀਂ ਫੋਨ ਕੀਤਾ ਤਾਂ ਉਹ ਕਹਿੰਦਾ ਮੈਂ ਗੜੀ ਦੇ ਮੋੜ 'ਤੇ ਆ ਗਿਆ, 2 ਮਿੰਟ 'ਚ ਘਰ ਆ। ਉਸ ਤੋਂ ਬਾਅਦ ਅਸੀਂ 15-20 ਮਿੰਟ ਵੇਟ ਕੀਤੀ ਤਾਂ ਉਹ ਨਹੀਂ ਆਇਆ। ਤਾਂ ਅਸੀਂ ਫੋਨ ਕੀਤਾ, ਉਹਦੀ ਬੈਲ ਵੱਜ ਰਹੀ ਸੀ, ਫੋਨ ਨਹੀਂ ਚੱਕਿਆ ਉਸਨੇ। 15-20 ਮਿੰਟ ਫਿਰ ਵੇਟ ਕੀਤੀ ਤਾਂ ਮੈਂ ਦੇਖਣ ਦੇ ਵਾਸਤੇ ਗਿਆ ਤਾਂ ਉੱਥੇ ਮੋਟਰਸਾਈਕਲ ਸਟੈਂਡ 'ਤੇ ਖੜ੍ਹਾ ਸੀ। ਮੋਟਰਸਾਈਕਲ ਅਤੇ ਉਹ ਥੱਲੇ ਪਿਆ ਸੀ ਕੰਢੇ ਦੇ ਨਾਲ। ਅੱਛਾ, ਉਸ ਟਾਈਮ ਉਹ ਬਿਲਕੁਲ ਖਤਮ ਹੋ ਗਿਆ। ਤੁਹਾਨੂੰ ਕੀ ਲੱਗਦਾ ਹੈ ਕਿ ਕਿਸੇ ਨੇ ਹੱਤਿਆ ਕੀਤੀ? ਕਿਆ ਸੀਗਾ ਉਹ? ਸਾਨੂੰ ਤਾਂ ਹੱਤਿਆ ਲੱਗਦੀ ਹੈ। ਪੁਲਿਸ ਕਹਿੰਦੀ ਸੀ ਐਕਸੀਡੈਂਟ ਹੋਇਆ, ਠੀਕ ਉਹਨੇ ਹੈ। ਐਕਸੀਡੈਂਟ ਦਾ ਕੇਸ ਬਣਾਇਆ। ਅਸੀਂ ਚਾਹੁੰਦੇ ਹਾਂ ਵੀ ਉਹ 302 ਦਾ ਮਾਮਲਾ ਦਰਜ ਕਰਕੇ ਸਾਨੂੰ ਜਾਂਚ ਸਹੀ ਮੁਲਜ਼ਮ ਪਕੜੇ। जब पोस्टमार्टम हुआ, पोस्टमार्टम में कई जगह उन्होंने मैंने चाकू से वार किया गया, तेजदार हथियार से। 14 वार तो पुलिस ने मामला दर्ज किया 302 का, वादा केस करते हैं कि नहीं हले? 302 ਦਾ ਕਰਤਾ ਨਹੀਂ, लेकिन किसी नाम ते किया कि बेनाम? ਬੇਨਾਮ ਕੀਤਾ। बेनाम है। तुसी की चाहते हो? ਅਸੀਂ ਚਾਹੁੰਦੇ ਹਾਂ ਵੀ ਅਸਲੀ ਮੁਲਜ਼ਮ ਫੜ ਕੇ ਉਹਨਾਂ 'ਤੇ ਮਾਮਲਾ ਦਰਜ ਕੀਤਾ। थानू किसी भी शक है? ਕਿਸੇ ਨੂੰ ਹੱਕ ਨਹੀਂ, ਸਾਨੂੰ ਕੋਈ ਸ਼ੱਕ ਨਹੀਂ ਕਿਸੇ 'ਤੇ। तो आखिर हत्या क्यों किया गया? कोई थानू कभी दस्या होना संप्रीत ने? ਨਹੀਂ, ਸਾਨੂੰ ਉਹਨੇ ਕਦੇ ਨਹੀਂ ਕੋਈ ਗੱਲ ਦੱਸੀ ਵੀ ਸਾਡਾ ਨਾ ਘਰ ਕੋਈ ਗੱਲ ਕੀਤੀ ਹੈ, ਕਦੇ ਵੀ ਇਹੋ ਜਿਹੀ ਕੋਈ ਗੱਲ ਨਹੀਂ ਸੀ। ਜੇ ਇਹੋ ਜਿਹੀ ਕੋਈ ਗੱਲ ਹੁੰਦੀ ਤਾਂ ਉਹ ਰਾਤ ਨੂੰ ਕਈ ਵਾਰ ਮੋਟਰ 'ਤੇ ਰਹਿ ਜਾਂਦਾ, ਜਦੋਂ ਕਣਕ ਦੀ ਕਟਾਈ ਚੱਲਦੀ ਸੀ ਉੱਥੇ ਨਾ ਰਹਿੰਦਾ, ਜਾਂ ਲੇਟ ਵੀ ਨਾ ਆਉਂਦਾ ਜੇ ਐਸੀ ਗੱਲ ਹੁੰਦੀ। हाँ जी अंकल जी। ਸਾਨੂੰ ਇਹ ਸ਼ੱਕ ਹੈ ਤੇ ਉਹ ਖਬਰਾਂ ਲਾਉਂਦਾ ਸੀ ਮਾਇਨੇ ਖਿਲਾਫ। ਸੋ ਇਸ ਮਾਮਲੇ ਦੇ ਵਿੱਚ ਅੱਜ ਬਿਕਰਮ ਸਿੰਘ ਮਜੀਠੀਆ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਹੈ। ਉਹਨਾਂ ਨੇ ਹਾਲਾਂਕਿ ਪੱਤਰਕਾਰਾਂ ਦੇ ਉੱਤੇ ਸਰਕਾਰ ਦੇ ਵੱਲੋਂ ਕੀਤੇ ਜਾ ਰਹੇ ਜਿਹੜੇ ਹਮਲੇ ਨੇ, ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਹਮਲੇ ਨੇ ਫਰੀडम ਆਫ ਪ੍ਰੈਸ ਦੇ ਉੱਤੇ, ਕਿਉਂਕਿ ਪੰਜਾਬ 'ਚ ਇੱਕ ਹੋਰ ਜਗ੍ਹਾ ਤੇ ਇੱਕ ਮੰਤਰੀ ਦੇ ਵੱਲੋਂ ਇੱਕ ਵੱਡੇ ਅਖਬਾਰ ਦੇ ਪੱਤਰਕਾਰ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ। ਕੋਈ ਖਬਰ ਦੇ ਸਬੰਧ ਦੇ ਵਿੱਚ ਇਹ ਮਾਮਲਾ ਦਰਜ ਕਰਾ ਦਿੱਤਾ ਗਿਆ, ਪਰ ਬਾਅਦ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਮੰਤਰੀ ਸਾਹਿਬ ਉਹ ਮਾਮਲਾ ਵਾਪਸ ਲੈਣ, ਸ਼ਿਕਾਇਤ ਜਿਹੜੀ ਉਹ ਵਾਪਸ ਲੈਣ ਦੇ ਲਈ ਮੰਨ ਗਏ ਨੇ ਔਰ ਕਹਿ ਰਹੇ ਹੈ ਕਿ ਉਹ ਪਰਚਾ ਨਹੀਂ ਦਰਜ ਹੋਊਗਾ। ਹਾਲਾਂਕਿ ਉਧਰ ਪ੍ਰੇਮ ਸਿੰਘ ਚੰਦੂਮਾਜਰਾ ਜਿਹੜੇ ਨੇ ਉਹ ਵੀ ਇਹਦੇ ਤੇ ਸਾਹਮਣੇ ਆਏ ਆ, ਉਹਨਾਂ ਨੇ ਵੀ ਆਪਣਾ ਪ੍ਰਤੀਕਰਮ ਦਿੱਤਾ ਹੈ, ਉਹ ਵੀ ਸੁਣ ਲੈਂਦੇ ਹਾਂ। ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਸਿੱਧ ਕਸਬੇ ਰਾਹੋਂ ਦੇ ਵਿੱਚ ਇੱਕ ਪ੍ਰਸਿੱਧ ਪੱਤਰਕਾਰ
ਸਨਪ੍ਰੀਤ ਮਾਂਗੜ ਦਾ ਜੋ ਕਤਲ ਹੋਇਆ, ਉਸ ਕਤਲ ਨੂੰ ਛੁਪਾਉਣ ਲਈ ਪਹਿਲਾਂ ਐਕਸੀਡੈਂਟ ਦੱਸਿਆ ਗਿਆ, ਪਰੰਤੂ ਪੋਸਟਮਾਰਟਮ ਦੀ ਰਿਪੋਰਟ ਨੇ ਸੱਚ ਸਾਹਮਣੇ ਲਿਆਂਦਾ, ਭੇਦ ਖੋਲ੍ਹਿਆ ਜਦੋਂ ਸਰੀਰ ਤੇ 14 ਚਾਕੂ ਦੇ ਜ਼ਖਮ ਦਰਸਾਏ ਗਏ। ਔਰ ਇਹ ਪੱਤਰਕਾਰ ਉਹ ਪੱਤਰਕਾਰ ਆ ਜਿਹੜਾ ਰੇਤ ਮਾਫੀਏ ਦੇ ਨਜਾਇਜ਼ ਮਾਈਨਿੰਗ ਨੂੰ ਨੰਗਾ ਕਰਦਾ ਰਿਹਾ। ਇਹਦੀਆਂ ਲੇਖਣੀਆਂ ਕਰਕੇ ਇੱਕ ਵਾਰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਹੈਲੀਕਾਪਟਰ ਤੇ ਨਵੇਂ ਸ਼ਹਿਰ ਦਾ ਰਾਉਂਡ ਲਾਉਣਾ ਪਿਆ ਸੀ। ਉਹਦਾ ਅਸਰ ਭਾਵੇਂ ਥੋੜੀ ਦੇਰ ਲਈ ਹੋਇਆ ਸੀ, ਤੇ ਲਾਕਡਾਊਨ ਦੇ ਦਿਨਾਂ ਦੇ ਵਿੱਚ ਵੀ ਜਿਹੜਾ ਨਜਾਇਜ਼ ਮਾਈਨਿੰਗ ਦਾ ਧੰਦਾ ਚੱਲਦਾ ਰਿਹਾ, 300 ਟਿੱਪਰ ਰੇਤ ਦਾ ਖੱਡਾ ਪੱਟੀਆਂ ਟੋਏ ਪੱਟੇ ਉੱਥੇ ਹੁੰਦਾ ਰਿਹਾ, ਉਹਨੂੰ ਵੀ ਜਗ ਜ਼ਾਹਰ ਇਹ ਪੱਤਰਕਾਰ ਕਰਦਾ ਰਿਹਾ। ਤੇ ਇਸ ਪਿੱਛੇ ਰੇਤ ਮਾਫੀਏ ਦਾ ਹੱਥ ਆ, ਇਹਦੇ ਪਿੱਛੇ ਜਿਹੜੀ ਰਾਜਸੀ ਪੁਸ਼ਤਪਨਾਹੀ ਆ ਉਹ ਜਗ ਜ਼ਾਹਰ ਹੋਣੀ ਚਾਹੀਦੀ ਆ। ਮੁੱਖ ਮੰਤਰੀ ਸਾਹਿਬ ਨੂੰ ਇਸ ਕਤਲ ਦੀ ਸੀਬੀਆਈ ਤੋਂ ਜਾਂਚ ਕਰਾਉਣੀ ਚਾਹੀਦੀ ਆ। ਥਾਣੇਦਾਰ ਦਾ ਤਬਾਦਲਾ ਤਾਂ ਕਰਤਾ, ਪਰੰਤੂ ਥਾਣੇਦਾਰ ਤੋਂ ਇਹ ਘਿਨਾਉਣੀ ਕਾਰਵਾਈ ਕਰਾਉਣ ਵਾਲੇ, ਪੁਸ਼ਤਪਨਾਹੀ ਕਰਨ ਵਾਲੇ ਇਸ ਸਾਰੇ ਕਾਂਡ ਤੇ ਉਹਨਾਂ ਨੂੰ ਅਜੇ ਤੱਕ ਜ਼ਾਹਰ ਨਹੀਂ ਕੀਤਾ ਗਿਆ ਪੁਲਿਸ ਵੱਲੋਂ। ਔਰ ਅਸੀਂ ਮੰਗ ਕਰਦੇ ਹਾਂ ਕਿ ਉੱਚ ਪੱਧਰੀ ਜਾਂਚ ਹੋਵੇ। ਇਹ ਸੱਚ ਦੀ ਆਵਾਜ਼ ਦਾ ਕਤਲ ਹੈ ਔਰ ਇਸ ਤਰ੍ਹਾਂ ਦਾ ਜਿਹੜਾ ਕਿਸੇ ਤਰ੍ਹਾਂ ਪਰਦਾ ਪਾ ਕੇ ਇਸ ਨੂੰ ਲੁਕੋਇਆ ਨਹੀਂ ਜਾ ਸਕਦਾ। ਮੁੱਖ ਮੰਤਰੀ ਸਾਹਿਬ ਨੂੰ ਮੈਂ ਪੱਤਰ ਲਿਖਿਆ, ਚਿੱਠੀ ਲਿਖ ਕੇ ਮੰਗ ਕੀਤੀ ਆ ਕਿ ਸਾਹਿਬ ਬਲਬੀਰ ਸਿੰਘ ਉਹਨਾਂ ਦੇ ਪਿਤਾ ਜੀ ਨੂੰ ਇਨਸਾਫ ਦਿੱਤਾ ਜਾਵੇ ਤੇ ਇਸ ਘਿਨਾਉਣੀ ਕਾਰਵਾਈ ਪਿੱਛੇ ਜੋ ਪੰਜਾਬ ਦੇ ਖਜ਼ਾਨੇ ਨੂੰ ਪਹਿਲਾਂ ਸ਼ਰਾਬ ਮਾਫੀਆ ਚੂਨਾ ਲਾ ਰਿਹਾ, ਦੂਜੇ ਪਾਸੇ ਰੇਤ ਮਾਫੀਆ ਚੂਨਾ ਲਾ ਰਿਹਾ, ਪੰਜਾਬ ਦੇ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਦੀ ਜਿਹੜੀ ਇਹ ਲੁੱਟ ਹੋ ਰਹੀ ਹੈ, ਇਹਦੇ ਪਿੱਛੇ ਕੌਣ-ਕੌਣ ਲੋਕ ਨੇ, ਕਿੰਨਾ ਲੁੱਟ ਰਹੇ ਨੇ, ਇਹ ਜਗ ਜ਼ਾਹਰ ਕਰਨਾ ਪਏਗਾ ਮੁੱਖ ਮੰਤਰੀ ਸਾਹਿਬ ਨੂੰ। ਔਰ ਇਸ ਕੇਸ ਦੀ ਸੀਬੀਆਈ ਤੋਂ ਜਾਂਚ ਕਰਾਉਣੀ ਚਾਹੀਦੀ ਆ ਤਾਂ ਕਿ ਇਸ ਕਿਸਮ ਦੀ ਘਿਨਾਉਣੀ ਕਾਰਵਾਈ ਕਰਨ ਵਾਲਿਆਂ ਨੂੰ ਸਜ਼ਾ ਮਿਲ ਸਕੇ। ਜੇ ਨਾ ਦਿੱਤੀ ਤਾਂ ਅਸੀਂ ਮਾਨਯੋਗ ਉੱਚ ਅਦਾਲਤ ਹਾਈ ਕੋਰਟ ਦਾ ਦਰਵਾਜ਼ਾ ਖੜਕਾਵਾਂਗੇ ਔਰ ਇਨਸਾਫ ਲੈ ਕੇ ਦੇਵਾਂਗੇ ਪਰਿਵਾਰ ਨੂੰ ਵੀ ਔਰ ਪੱਤਰਕਾਰ ਭਾਈਚਾਰੇ ਨੂੰ। ਇਸ ਮਾਮਲੇ ਦੇ ਉੱਤੇ ਪੁਲਿਸ ਨੇ ਆਪਣਾ ਪੱਖ ਦਿੱਤਾ ਹੈ। ਪੁਲਿਸ ਦੇ ਵੱਲੋਂ ਜੋ ਜਿਸ ਥਿਊਰੀ ਦੇ ਉੱਤੇ ਕੰਮ ਕੀਤਾ ਜਾ ਰਿਹਾ, ਉਹਨਾਂ ਨੇ ਉਸ ਗੱਲ ਦਾ ਵੀ ਖੁਲਾਸਾ ਕੀਤਾ ਹੈ। ਪੁਲਿਸ ਦਾ ਕੀ ਕਹਿਣਾ ਹੈ, ਪੁਲਿਸ ਦੇ ਅਫਸਰਾਂ ਦਾ ਕੀ ਕਹਿਣਾ ਹੈ, ਹਰਜੀਤ ਸਿੰਘ DSP ਇਸ ਮਾਮਲੇ ਤੇ ਪੱਖ ਦੇ ਰਹੇ ਨੇ, ਅਸੀਂ ਉਹ ਵੀ ਤੁਹਾਨੂੰ ਸੁਣਾ ਦਿੰਦੇ ਹਾਂ। ਜਿਹੜਾ ਮੁਕੱਦਮਾ 47 ਜਿਹੜਾ ਦਰਜ ਕੀਤਾ ਗਿਆ ਥਾਣਾ ਰਾਹੋਂ 'ਚ, ਇਹਦੀ ਜਿਹੜੀ ਆ ਮੈਡੀਕਲ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਇਹ 'ਚ ਜੁਰਮ 302 ਦਾ ਵਾਧਾ ਕੀਤਾ ਗਿਆ ਤੇ ਇਹਦੀ ਜਿਹੜੀ ਮੁਕੱਦਮਾ ਦੀ ਜਿਹੜੀ ਆ ਤਫਤੀਸ਼ ਜਿਹੜੀ ਆ ਉਹ ਇੰਸਪੈਕਟਰ CA ਨੂੰ ਸੌਂਪੀ ਗਈ। ਸਰ ਕੀ ਪਹਿਲਾਂ ਮਤਲਬ ਹੈ ਕਿ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹਾਂ, ਜਿਹੜੀ ਮੌਕੇ ਦੇ ਦੌਰਾਨ ਮਤਲਬ ਕੀ ਆ ਜੋ ਲੱਗਾ ਸੀ, ਜੋ ਹਾਲਾਤ ਉਹਦੇ ਘਰ ਦੇ ਬਿਆਨ ਦੇ ਜਿਹੜੇ ਫਾਦਰ ਵੱਲੋਂ ਉਹਦੇ ਵਿੱਚ ਜਿਹੜਾ 304A ਦਾ ਐਕਸੀਡੈਂਟ ਦਾ ਜਿਹੜਾ ਮੁਕੱਦਮਾ ਦਰਜ ਕੀਤਾ ਗਿਆ ਸੀ। ਉਸ ਤੋਂ ਬਾਅਦ ਜਿਹੜੀ ਮੈਡੀਕਲ ਰਿਪੋਰਟ ਆ ਗਈ, ਮੈਡੀਕਲ ਰਿਪੋਰਟ ਤੋਂ ਜਾਂ ਬਾਅਦ ਜਿਹੜਾ ਉਹਦਾ ਇੰਜਰੀ ਜਿਹੜੀ ਚਾਰ ਪਾਉਣ ਤੇ ਉਹਦੇ ਫਾਦਰ ਦਾ ਬਿਆਨ ਲਿਖ ਕੇ ਤੇ ਉਸ ਜਗ੍ਹਾ 302 ਸ਼ੁਰੂ ਕਰ ਦਿੱਤੀ। ਸਰ ਕਿੰਨਾ ਕਾਮਯਾਬ ਹੋਣਗੇ ਇਹਦੇ ਵਿੱਚ ਜਿਹੜੀ ਆ ਤਫਤੀਸ਼ ਚੱਲ ਰਹੀ ਆ, ਅਲੱਗ-ਅਲੱਗ ਐਂਗਲ ਤੋਂ ਜਿਹੜੀ ਉਹਦੇ ਮੁਕੱਦਮਾ ਨੂੰ ਟ੍ਰੇਸ ਕਰਨ ਦੀ ਜਿਹੜੀ ਆ ਤਫਤੀਸ਼ ਕੀਤੀ ਜਾ ਰਹੀ ਆ। ਉਹਦੇ ਵਿੱਚ ਜਿਹੜਾ ਉਹਦਾ ਪੁਰਾਣਾ ਪਿਛੋਕੜ ਜਿਹੜਾ ਹੈਗਾ ਉਹਨੂੰ ਵੀ ਖੰਗਾਲਿਆ ਜਾ ਰਿਹਾ ਹੈ ਤਾਂ ਜਾਂ ਉਹਦੀ ਕੋਈ ਕਿਸੇ ਨਾਲ ਕੋਈ ਨਿੱਜੀ ਦੁਸ਼ਮਣੀ ਹੋਵੇ ਜਾਂ ਕੋਈ ਹੋਰ ਕਿਸੇ ਐਂਗਲ ਤੋਂ ਉਸ ਤਫਤੀਸ਼ ਨੂੰ ਦੇਖਿਆ ਜਾ ਰਿਹਾ ਹੈ। ਉਹਦਾ ਜਿਹੜਾ ਪਿਛਲਾ ਰਿਕਾਰਡ ਜਿਹੜਾ ਹੈ ਉਹਨੂੰ ਵੀ ਅਸੀਂ ਵਾਚ ਕਰ ਰਹੇ ਹਾਂ ਕਿ ਉਹ NDPS ਐਕਟ ਦੇ ਪਹਿਲਾਂ 2 ਮੁਕੱਦਮੇ ਆਲਰੇਡੀ ਦਰਜ ਹੈ, ਇਹਦੇ ਉਸ ਐਂਗਲ ਤੋਂ ਵੀ ਇਹਨੂੰ ਅਸੀਂ ਬਰੀਕੀ ਨਾਲ ਦੇਖ ਰਹੇ ਹਾਂ। ਸਰ ਵਿੱਚ ਇਹ ਤਾਂ ਨਹੀਂ ਆ ਰਿਹਾ ਜਿਸ ਪਹਿਲਾਂ ਉਹ ਪੱਤਰਕਾਰੀ ਦੌਰਾਨ ਉਹ ਮਾਈਨਿੰਗ ਦੇ ਖਿਲਾਫ ਕਾਫੀ ਸਰਗਰਮ ਰਿਹਾ, ਇਹ ਵਿੱਚ ਸਾਹਮਣੇ ਅਜੇ ਤੱਕ ਕੋਈ ਇਹੋ ਜਿਹੀ ਮਾਈਨਿੰਗ ਸੰਬੰਧੀ ਕੋਈ ਗੱਲ ਸਾਹਮਣੇ ਨਹੀਂ ਆਈ, ਪਰ ਜੇ ਉਸ ਐਂਗਲ ਤੋਂ ਵੀ ਦੇਖਿਆ ਜਾ ਰਿਹਾ ਤੇ ਉਹਦੀਆਂ ਨਿੱਜੀ ਗਤੀਵਿਧੀਆਂ ਦੇ ਤੌਰ ਤੇ ਵੀ ਦੇਖਿਆ ਜਾ ਰਿਹਾ ਕਿ ਉਹਦਾ ਜਿਹੜਾ ਪੁਰਾਣਾ ਪਿਛੋਕੜ ਜਿਹੜਾ ਉਹ NDPS ਐਕਟ ਮੁਕੱਦਮਿਆਂ ਦੇ ਵਿੱਚ ਰਿਹਾ ਤੇ ਉਹਦੇ ਰਿਲੇਸ਼ਨ ਜਿਹੜੇ ਉਹਨਾਂ 'ਚ। ਸੋ ਪੰਜਾਬ ਦੀਆਂ 2 ਵੱਡੀਆਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਖੰਨਾ ਮਾਮਲੇ ਦੇ ਵਿੱਚ ਖੰਨਾ ਦੇ SHO ਦੇ ਵੱਲੋਂ ਪਿਓ ਪੁੱਤ ਨੂੰ ਨਗਨ ਕਰਨਾ, ਉਹਦੇ ਸੀਰੀ ਨੂੰ ਨਗਨ ਕਰਨਾ ਮਾਮਲੇ ਦੇ ਵਿੱਚ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵੱਲੋਂ ਮਾਮਲਾ ਦਰਜ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ। ਔਰ ਦੂਸਰਾ ਤੁਹਾਨੂੰ ਦੱਸਿਆ ਕਿ ਨਵਾਂ ਸ਼ਹਿਰ ਦੇ ਵਿੱਚ ਨੌਜਵਾਨ ਪੱਤਰਕਾਰ ਦਾ ਕਤਲ ਹੋ ਜਾਂਦਾ ਹੈ, ਉਸ ਮਾਮਲੇ ਤੇ ਵੀ ਵੱਡਾ ਅਪਡੇਟ ਤੁਹਾਡੇ ਨਾਲ ਸਾਂਝਾ ਕੀਤਾ ਹੈ। ਫਿਲਹਾਲ ਇਸ ਪੇਸ਼ਕਸ਼ 'ਚ ਇੰਨਾ ਹੀ, ਇਜਾਜ਼ਤ ਦਿਓ।